ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਦਾ ਮੌਜੂ ਜਿਹੜਾ ਸਾਡਾ ਹੈ ਉਹ ਮੀਆਂ ਨਵਾਜ਼ ਸ਼ਰੀਫ ਦਾ 5 ਰੋਜ਼ਾ ਦੌਰਾ ਚੀਨ ਹੈ। ਇਹ ਮੌਜੂ ਕਿਉਂ ਬਣਿਆ, ਇਹਦੇ ਨਾਲ ਕਈ ਗੱਲਾਂ ਵਬਸਤਾ ਨੇ, ਉਹਦੇ ਵਿੱਚ ਤੁਹਾਡੀ ਵੀ ਦਿਲਚਸਪੀ ਹੋ ਸਕਦੀ। ਇਸ ਵਾਸਤੇ ਮੈਂ ਕਿਹਾ ਇਹਦੇ 'ਤੇ ਅਸੀਂ ਵਲੌਗ ਕਰੀਏ ਔਰ ਉਹਨਾਂ ਗੱਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਜਿਹੜੀਆਂ ਹਾਲੇ ਤੱਕ ਸ਼ੇਅਰ ਨਹੀਂ ਹੋਈਆਂ। ਅਤੇ ਇਹ ਦੌਰਾ 5 ਦਿਨ ਦਾ ਰੱਖਿਆ ਗਿਆ। ਇਬਤਦਾ 'ਚ ਦੱਸਿਆ ਗਿਆ ਕਿ ਉਹਨਾਂ ਦਾ ਕੋਈ ਮੈਡੀਕਲ ਇਸ਼ੂ ਹੈ ਔਰ ਇਲਾਜ ਕਰਾਉਣ ਵਾਸਤੇ ਚੀਨ ਜਾ ਰਹੇ ਨੇ। ਫਿਰ ਰਿਪੋਰਟ ਹੋਇਆ ਇੱਕ ਅਖਬਾਰ ਨੇ ਕਿ ਮੀਆਂ ਨਵਾਜ਼ ਸ਼ਰੀਫ ਦੀ ਕੋਈ ਐਸੀ ਮੈਡੀਕਲ ਹਿਸਟਰੀ ਨਹੀਂ ਹੈਗੀ ਕਿ ਜਦੋਂ ਪਹਿਲੇ ਉਹ ਚੀਨ 'ਚ ਗਏ ਹੋਣ ਇਲਾਜ ਵਾਸਤੇ। ਅਗਰ ਉਹ ਕਦੀ ਇਲਾਜ ਵਾਸਤੇ ਗਏ ਤਾਂ ਲੰਡਨ ਗਏ ਔਰ ਉੱਥੇ ਹੀ ਉਹਨਾਂ ਦੀ ਸਾਰੀ ਜਿਹੜੀ ਮੈਡੀਕਲ ਹਿਸਟਰੀ ਉੱਥੋਂ ਦੇ ਹਸਪੀਟਲਸ ਦੇ ਕੋਲ ਔਰ ਡਾਕਟਰਾਂ ਕੋਲ ਮੌਜੂਦ ਹੈ। ਚੀਨ ਦੇ ਜਾਣ ਨਾਲ ਦੂਸਰਾ ਇੱਕ ਪਹਿਲੂ ਇਹ ਸੀ ਕਿ ਉਹਨਾਂ ਦੀ ਪਾਰਟੀ ਔਰ ਗਵਰਨਮੈਂਟ ਦੋਵਾਂ ਨੂੰ ਪਤਾ ਨਹੀਂ ਕਿ ਉਹ ਕਿਉਂ ਗਏ ਨੇ ਚੀਨ। ਦੋਵਾਂ ਕੋਲੋਂ ਲੋਕਾਂ ਨੇ ਪੁੱਛਿਆ ਲੇਕਿਨ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਵਜ੍ਹਾ ਕੀ ਜਾਣ ਦੀ। ਫਿਰ ਇੱਕ ਖਬਰ ਇਹ ਆਈ ਕਿ ਉੱਥੇ ਜਾ ਕੇ ਉਹਨਾਂ ਨੇ ਕੁਝ ਕਮਿਊਨਿਸਟ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਮੁਲਾਕਾਤਾਂ ਕੀਤੀਆਂ ਨੇ। ਫਿਰ ਇਹ ਪਤਾ ਲੱਗਾ ਕਿ ਉਹਨਾਂ ਨੇ ਉੱਥੇ ਕੁਝ ਚੀਨੀ ਸਰਮਾਇਆਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਨੇ ਔਰ ਉਹ ਉਹਨਾਂ ਚੀਨੀ ਸਰਮਾਇਆਕਾਰਾਂ ਨੂੰ ਰਾਗਬ ਕਰਨ ਡਏ ਨੇ ਕਿ ਪੰਜਾਬ ਦੇ ਵਿੱਚ ਆ ਕੇ ਉਹ ਇਨਵੈਸਟਮੈਂਟ ਕਰਨ ਜਾਂ ਅਪਰਚੁਨਿਟੀਜ਼ ਜਿਹੜੀਆਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਉਹਦੇ ਤੋਂ ਫਾਇਦਾ ਚੁੱਕਣ। ਯਾਨੀ ਇਹਦੇ ਤੋਂ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਆਪਣੀ ਬੇਟੀ ਦੀ ਜਿਹੜੀ ਗਵਰਨਮੈਂਟ ਹੈ ਪੰਜਾਬ ਦੀ ਉਹਨੂੰ ਸਪੋਰਟ ਕਰਨਾ ਚਾਹ ਰਹੇ ਨੇ। ਲੇਕਿਨ ਕੋਈ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਇਸ ਦੌਰੇ ਦਾ ਇਰਾਨੀ ਸਦਰ ਦੇ ਦੌਰਾ ਪਾਕਿਸਤਾਨ ਦੇ ਨਾਲ ਵੀ ਕੋਈ ਕਨੈਕਸ਼ਨ ਬਣਦਾ ਹੈ, ਕੋਈ ਪੈਗਾਮ ਹੈ ਜਿਹੜਾ ਆਲਾ ਸਤ੍ਹਾ ਦੀ ਕੋਈ ਸ਼ਖਸੀਅਤ ਲੈ ਕੇ ਜਾ ਸਕਦੀ ਸੀ, ਕੋਈ ਜ਼ਿੰਮੇਦਾਰ ਸ਼ਖਸੀਅਤ। ਲੇਕਿਨ ਉਹ ਅਗਰ ਪ੍ਰਾਈਵੇਟ ਸ਼ਖਸੀਅਤ ਜਾਂਦੀ ਤਾਂ ਕਿਹਦੇ ਉੱਤੇ ਇਤਬਾਰ ਕੀਤਾ ਜਾਂਦਾ। ਅਤੇ ਫਿਰ ਐਸੀ ਸ਼ਖਸੀਅਤ ਦਾ ਇੰਤਖਾਬ ਕੀਤਾ ਗਿਆ ਜਿਹੜੀ ਇਸ ਸਿਸਟਮ ਦੇ ਅੰਦਰ ਹੈ। ਯਾਨੀ ਮੌਜੂਦਾ ਜਿਹੜਾ ਸਿਸਟਮ ਬਣਿਆ ਮੈਂ ਜਿਹੜੇ ਲੋਕ ਇਕਤਦਾਰ ਦੇ ਵਿੱਚ ਹੈ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਬੰਦਾ ਚੁਣਿਆ ਗਿਆ ਔਰ ਉਹਦੇ ਦੌਰੇ ਨੂੰ ਲੋ ਕੀ 'ਤੇ ਰੱਖਿਆ ਗਿਆ, ਬਹੁਤ ਥੱਲੀ ਸਤ੍ਹਾ 'ਤੇ ਰੱਖ ਕੇ ਉਹਦੀ ਕਵਰੇਜ ਜ਼ਿਆਦਾ ਨਹੀਂ ਹੋਣ ਦਿੱਤੀ ਗਈ। ਉਸ ਦੌਰੇ ਬਾਰੇ ਨਹੀਂ ਦੱਸਿਆ ਗਿਆ ਔਰ ਇਹ ਤਾਸੁਰ ਦਿੱਤਾ ਗਿਆ ਕਿ ਜਿਵੇਂ ਸ਼ਾਇਦ ਉਹ ਤਿੱਬੀ ਕੋਈ ਮੁਆਇਨਾ ਕਰਾਉਣ ਜਾਂ ਤਿੱਬੀ ਕੋਈ ਇਲਾਜ ਵਾਸਤੇ ਉੱਥੇ ਜਾ ਰਹੇ ਨੇ। ਫਿਰ ਦੱਸਿਆ ਗਿਆ ਕਿ ਜਿਵੇਂ ਪਹਿਲੇ ਮੈਂ ਗੱਲ ਕੀਤੀ ਕਿ ਸਰਮਾਇਆਕਾਰੀ ਲੱਭਣ ਜਾ ਰਹੇ ਨੇ। ਫਿਰ ਇਹ ਵੀ ਦੱਸਿਆ ਗਿਆ ਕਿ ਉਹ ਉੱਥੋਂ ਦੇ ਸਿਸਟਮ ਦਾ ਥੋੜ੍ਹਾ ਜਿਹਾ ਆਪਣੇ ਨਵਾਸੇ ਨੂੰ ਰੂਸ਼ਨਾਸ ਕਰਾਉਣ ਜਾ ਰਹੇ ਨੇ ਕਿ ਚੀਨ ਦਾ ਸਿਸਟਮ ਜਿਹੜਾ ਇੰਝ ਕੰਮ ਕਰਦਾ, ਉੱਥੋਂ ਦੀ ਪਾਰਟੀ ਇਸ ਤਰ੍ਹਾਂ ਕੰਮ ਕਰਦੀ। ਇਹ ਮੁਖਤਲਿਫ ਗੱਲਾਂ ਨੇ ਲੇਕਿਨ ਅਸਲ ਗੱਲ ਜਿਹੜੀ ਹੈ ਉਹ ਹਾਲੇ ਤੱਕ ਨਹੀਂ ਦੱਸੀ ਜਾ ਰਹੀ ਕਿ ਇਸ ਦੌਰੇ ਦਾ ਮਕਸਦ ਕੀ, ਔਰ ਉਹ ਵੀ 5 ਦਿਨ ਦੇ ਦੌਰੇ ਦਾ। ਦੂਸਰੀ ਜਿਹੜੀ ਇੱਕ ਗੱਲ ਹੈ ਕਿ ਇਸ ਦੌਰੇ ਦੀ ਕਾਰੋਬਾਰੀ ਨੋਈਅਤ, ਇਹ ਵੀ ਅਸੀਂ ਗੱਲ ਕੀਤੀ। ਅਤੇ ਸੀ ਪੈਕ ਦਾ ਕੀ ਤਲਕ ਹੋ ਸਕਦਾ ਇਸ ਦੌਰੇ ਦੇ ਨਾਲ, ਇਹ ਵੀ ਇੱਕ ਗੱਲ ਜ਼ੇਰੇ ਬਹਿਸ ਆਈ। ਚੀਨ ਨੂੰ ਇਹ ਸ਼ਿਕਵਾ ਹੈ ਕੁਝ ਸਾਲਾਂ ਦਾ ਕਿ ਪਾਕਿਸਤਾਨ ਜਿਹੜੇ ਉਹਦੇ ਪ੍ਰੋਜੈਕਟ ਨੇ ਸੀ ਪੈਕ ਦੇ ਉਹਦੇ ਉੱਤੇ ਬੜੀ ਸਲੋ ਸਪੀਡ ਦੇ ਨਾਲ ਕੰਮ ਕਰ ਰਿਹਾ। ਇਹ ਚੀਨ ਨੇ ਮੁਖਤਲਿਫ ਪਲੇਟਫਾਰਮਸ ਦੇ ਉੱਤੇ ਸ਼ਿਕਾਇਤ ਕੀਤੀ। ਇਹ ਸ਼ਿਕਾਇਤ ਮੌਜੂਦਾ ਗਵਰਨਮੈਂਟ ਨਾਲ ਵੀ ਕੀਤੀ ਗਈ ਅਤੇ ਮੀਆਂ ਨਵਾਜ਼ ਸ਼ਰੀਫ ਨੂੰ ਸਮਝਿਆ ਜਾਂਦਾ ਹੈ ਕਿ ਇਹ ਸੀ ਪੈਕ ਪ੍ਰੋਜੈਕਟਸ ਜਿਹੜੇ ਨੇ ਇਹ ਉਹਨਾਂ ਦੇ ਚੂੰਕਿ ਬਾਨੀ ਨੇ, ਇਹਨਾਂ ਦੇ ਦੌਰ 'ਚ ਸ਼ੁਰੂ ਹੋਇਆ ਅਤੇ ਉਹ ਚੀਨੀ ਹੁਕਾਮ ਨੂੰ ਕੋਈ ਯਕੀਨ ਦਹਾਨੀਆਂ ਕਰਾਉਣ ਗਏ। ਲੇਕਿਨ ਗਵਰਨਮੈਂਟ ਚਾਹੁੰਦੀ ਸੀ ਕਿ ਇਹ ਵਾਲੇ ਮਾਮਲਾ ਜਿਹੜੇ ਨੇ ਇਹ ਸਰਕਾਰੀ ਸਤ੍ਹਾ ਦੇ ਉੱਤੇ ਨਾ ਆਉਣ ਸਾਹਮਣੇ। ਉਹਦੀ ਵਜ੍ਹਾ ਇਹ ਵੀ ਸੀ ਕਿ ਕੁਝ ਹੋਰ ਤਾਕਤਾਂ ਨੇ ਜਿਹੜੀਆਂ ਪਾਕਿਸਤਾਨ ਦੇ ਉੱਤੇ ਦਬਾਅ ਪਾ ਰਹੀਆਂ ਨੇ ਕਿ ਉਹ ਸੀ ਪੈਕ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਸਲੋ ਕਰਨ ਅਤੇ ਸ਼ਾਇਦ ਉਹਨਾਂ ਨੂੰ ਉਹਨਾਂ ਦੀ ਨਜ਼ਰ ਤੋਂ ਬਚਾਉਣਾ ਚਾਹੁੰਦੀ ਸੀ ਹਕੂਮਤ। ਅਤੇ ਇੱਕ ਇਹ ਵੀ ਗੱਲ ਆਈ। ਫਿਰ ਜਨਾਬ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਮਿਸ਼ਨ ਮੁਕੰਮਲ ਕੀਤਾ ਹੈ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਇੱਕ ਤਾਕਤ ਮਿਲੀ। ਔਰ ਉਹ ਜਿਸ ਤਰ੍ਹਾਂ ਅਸੀਂ ਪਿਛਲੀ 2 ਵੀਡੀਓਜ਼ ਦੇ ਵਿੱਚ ਗੱਲ ਕੀਤੀ ਕਿ ਉਹਨਾਂ ਪਹਿਲਾ ਮੁਤਾਲਬਾ ਇਹ ਕੀਤਾ ਕਿ ਮੈਂ ਵਜ਼ੀਰ ਆਜ਼ਮ ਬਣਨਾ। ਅਤੇ ਜਦੋਂ ਥੋੜ੍ਹੇ ਜਿਹੇ ਅੱਗੋਂ ਰਜਿਸਟੈਂਸ ਆਈ ਅਤੇ ਫਿਰ ਉਹਨਾਂ ਕਿਹਾ ਅੱਛਾ ਫਿਰ ਇੰਝ ਕਰੋ ਕਿ ਮੇਰੇ ਨਾਮਜ਼ਦ ਬੰਦੇ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦਿਓ। ਉਹ ਇਸਹਾਕ ਡਾਰ ਸਾਹਿਬ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਗਿਆ। ਹੁਣ ਤਾਜ਼ਾ ਤਰੀਨ ਜਿਹੜੀ ਡਿਵੈਲਪਮੈਂਟ ਹੋਈ ਉਹਦੇ 'ਚ ਇੱਕ ਹੋਰ ਬੰਦਾ ਜਿਹੜਾ ਹਾਰਿਆ ਹੋਇਆ ਹੈ ਔਰ ਜਿਹੜਾ ਨਵਾਜ਼ ਸ਼ਰੀਫ ਦੇ ਬੜਾ ਕਰੀਬੀ ਆਦਮੀ ਹੈ ਰਾਣਾ ਸਨਾਉੱਲਾ, ਉਹਨੂੰ ਵਜ਼ੀਰ ਆਜ਼ਮ ਦਾ ਪੋਲੀਟੀਕਲ ਐਡਵਾਈਜ਼ਰ ਬਣਾ ਲਿਆ ਗਿਆ।
ਇਹ ਵੀ ਹੋ ਗਈ। ਅਸੀਂ ਤੋਕੋ ਕਰਨ ਡਏ ਹਾਂ ਕਿ ਜਿਹੜੇ ਬਾਕੀ ਹਾਰੇ ਹੋਏ ਬੰਦੇ ਸਨ ਉਹਨਾਂ ਦੇ ਕਰੀਬੀ, ਉਹ ਕਦੋਂ ਕੋਈ ਅਹਿਮ ਪੋਜੀਸ਼ਨਾਂ ਦੇ ਉੱਤੇ ਤਾਇਨਾਤ ਹੋਣਗੇ। ਕਿਉਂਕਿ ਅਗਰ ਇਹ ਵਾਪਸੀ ਹੋਣੀ ਸ਼ੁਰੂ ਹੋ ਗਈ ਤਾਂ ਇਹਨੂੰ ਤੁਸੀਂ ਸਮਝੋ ਕਿ ਨਵਾਜ਼ ਸ਼ਰੀਫ ਦੀ ਵਾਪਸੀ ਹੋ ਰਹੀ। ਔਰ ਜਿਹੜਾ ਸਿਸਟਮ ਉੱਤੇ ਬਣਿਆ ਹੋਇਆ ਹੈ ਔਰ ਜਿਨ੍ਹਾਂ ਲੋਕਾਂ ਨੇ ਉਹ ਬਣਾਇਆ ਸਿਸਟਮ, ਇਸ ਸਿਸਟਮ ਨੂੰ ਖਤਰਾਤ ਲਾਹਕ ਹੋ ਗਏ। ਅਤੇ ਉਹਨਾਂ ਲੋਕਾਂ ਨੂੰ ਜਾਂ ਉਸ ਸਿਸਟਮ ਨੂੰ ਖਤਰਾਤ ਤਾਂ ਹੈਗੇ ਹੀ ਹੈਗੇ ਨੇ, ਲੇਕਿਨ ਸਭ ਨਾਲੋਂ ਵੱਡਾ ਖਤਰਾ ਮੈਂ ਸਮਝਦਾ ਕਿ ਇਸ ਹਕੂਮਤ ਨੂੰ ਆਪਣੇ ਹੀ ਲੋਕਾਂ ਤੋਂ ਹੈ। ਉਹ ਨਵਾਜ਼ ਸ਼ਰੀਫ ਅਗਰ ਆਉਂਦਾ ਹੈ ਤਾਂ ਫਿਰ ਸ਼ਬਾਜ਼ ਸ਼ਰੀਫ ਜਾਏਗਾ, ਅਤੇ ਜੇ ਸ਼ਬਾਜ਼ ਸ਼ਰੀਫ ਰਹਿੰਦਾ ਹੈ ਤਾਂ ਫਿਰ ਨਵਾਜ਼ ਸ਼ਰੀਫ ਨਹੀਂ ਆਉਂਦਾ। ਅਤੇ ਇਹ ਦੋਵੇਂ ਜਿਹੜੇ ਨੇ ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਵਾਲੀ ਗੱਲ ਹੋ ਗਈ। ਭਰਾ ਤਾਂ ਹੈਗੇ ਸਨ ਲੇਕਿਨ ਹੁਣ ਇਹ ਤਲਵਾਰਾਂ ਦੀ ਰੂਪ ਇਖਤਿਆਰ ਕਰ ਗਏ ਨੇ। ਅਤੇ ਇਹ ਵਾਲੀ ਜਿਹੜੀ ਸੂਰਤ ਹਾਲ ਹੈ, ਜਿਹੜਾ ਚੀਨ ਦਾ ਦੌਰਾ ਹੈ ਮੀਆਂ ਨਵਾਜ਼ ਸ਼ਰੀਫ ਦਾ, ਉਹਦੀਆਂ ਪਰਤਾਂ ਕੁਝ ਹੋਰ ਖੁੱਲ੍ਹਣਗੀਆਂ। ਹਾਲੇ ਪਰਤਾਂ ਜਿਹੜੀਆਂ ਨੇ ਇਸ ਵਾਸਤੇ ਨਹੀਂ ਖੁੱਲ੍ਹਣ ਡਈਆਂ, ਮੈਂ ਸਮਝਦਾ ਕਿ ਸ਼ਾਇਦ ਉਹਦੇ ਵਿੱਚ ਕੁਝ ਆਲਾ ਦਰਜੇ ਦੇ ਜਿਹੜੇ ਰਾਜ਼ ਨੇ, ਕੁਝ ਸਿਕਰੇਸੀ ਹੈਗੀ। ਔਰ ਇਸ ਸਿਕਰੇਸੀ ਦੀ ਵਜ੍ਹਾ ਨਾਲ ਇਸ ਦੌਰੇ ਦੀਆਂ ਜਿਹੜੀਆਂ ਅਹਿਮ ਗੱਲਾਂ ਨੇ ਉਹ ਹਾਲੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀਆਂ ਜਾ ਰਹੀਆਂ। ਔਰ ਜਿਹੜੀਆਂ ਦੱਸੀਆਂ ਗਈਆਂ ਨੇ ਗੱਲਾਂ, ਉਹ ਮੰਨਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਜੇ ਉਹ ਗੱਲਾਂ ਮੰਨ ਲਈਏ ਤਾਂ ਫਿਰ ਬਾਕੀ ਜਿਹੜੀਆਂ ਗੱਲਾਂ ਸੁਣਨ 'ਚ ਆ ਰਹੀਆਂ ਨੇ ਫਿਰ ਉਹ ਨਹੀਂ ਹੋ ਸਕਦੀਆਂ ਠੀਕ। ਅਤੇ ਅੱਜ ਦੇ ਇਸ ਵਿਲਾਗ ਤੋਂ ਬਾਅਦ ਇਜਾਜ਼ਤ ਦਿਓ, ਅਤੇ ਅਗਲੇ ਵਿਲਾਗ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਜੀਂਦੇ ਰਹੋ, ਵਸਦੇ ਰਹੋ।